ਜੋ ਅੱਲਾ ਨੂੰ ਪਿਆਰੀ ਹੋਈ, ਸ਼ੀਕੂ ਨੇ ਸਕੂਲ ਛੱਡ ਦਿੱਤਾ। ਫੈਸਲ ਨੇ ਆਪਣੀ ਤਾਲੀਮ ਜਾਰੀ ਰੱਖੀ ਤੇ ਕੋਈ ਪਤਾ ਨਹੀਂ ਕਿ ਬਾਅਦ ਦੇ ਵਿੱਚੋਂ ਫੈਸਲ ਕਿੱਥੇ ਗਿਆ ਤੇ ਸ਼ੀਕੂ ਕਿੱਥੇ ਗਿਆ। ਦੋਨੇ ਹੀ ਇੱਕ ਨਾ ਮਾਜ਼ੀ ਦਾ ਕਿੱਸਾ, ਇੱਕ ਕਹਾਣੀ ਬਣ ਗਏ। ਕੋਈ ਪਤਾ ਨਹੀਂ ਬਾਅਦ ਦੇ ਵਿੱਚ ਕਿ ਫੈਸਲ ਹੁਣ ਕਿੱਥੇ ਆ ਤੇ ਸ਼ੀਕੂ ਹੁਣ ਕਿੱਥੇ ਆ। ਸ਼ੀਕੂ ਨੇ ਨਾਈਆਂ ਦਾ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ, ਆਪਣੀ ਦੁਕਾਨ ਬਣਾ ਲਈ ਤੇ ਫੈਸਲ ਇੱਦਾਂ ਹੀ ਕਾਮਯਾਬ ਹੋ ਕੇ ਤੇ ਉਹ ਬਾਹਰ ਟੁਰ ਗਿਆ, ਬਾਹਰ ਚਲਾ ਗਿਆ। ਬਾਹਰ ਜਾ ਕੇ ਉਹਨੇ ਫਿਰ ਚੰਗੇ ਕੰਮ ਕੀਤਾ, ਉਹਨੇ ਚੰਗੇ ਪੈਸੇ ਕਮਾਏ, ਚੰਗਾ ਉਹਨੇ ਆਪਣਾ ਨਾਮ ਕਮਾਇਆ। ਫਿਰ ਉਸ ਤੋਂ ਬਾਅਦ ਉਹ ਪਾਕਿਸਤਾਨ ਵਾਪਸ ਆਇਆ ਤੇ ਆ ਕੇ ਉਹਨੇ ਆਪਣੇ ਉਹ ਸਿੱਧਾ ਹੀ ਪਿੰਡ ਗਿਆ। ਪਿੰਡ ਉਹ ਜਿਹੜੀ ਵੱਡੀ ਗੱਡੀ ਦੀ ਸ਼ੁਰੂ ਤੋਂ ਗੱਲ ਹੋਈ ਨਾ, ਉਹ ਸਿੱਧੀ ਗੱਡੀ ਦੇ ਤੋਂ ਉਤਰ ਕੇ ਸ਼ੀਕੂ ਦੇ ਘਰ ਗਿਆ ਤੇ ਜਾਂਦੇ ਸ਼ੀਕੂ ਨੂੰ ਜੱਫੀ ਪਾਈ। ਤੇ ਸ਼ੀਕੂ ਦੇ ਹੁਣ ਕੱਪੜੇ ਵੀ ਜ਼ਰਾ ਕੋਈ ਮੈਲੇ ਘਚੈਲੇ ਸੀਗੇ ਤੇ ਫੈਸਲ ਦੇ ਕੱਪੜੇ ਜਿਹੜੇ ਸੀਗੇ ਉਹ ਜ਼ਰਾ ਚੰਗੇ, ਉਹਨੇ ਜ਼ਰਾ ਸੂਟ ਪਾਇਆ ਹੋਇਆ ਸੀਗਾ, ਸੂਟ ਬੂਟ। ਉਹਨੇ ਇਸ ਗੱਲ ਦੀ ਬਿਲਕੁਲ ਪਰਵਾਹ ਨਹੀਂ ਕੀਤੀ ਕਿ ਮੇਰਾ ਸੂਟ ਖ਼ਰਾਬ ਹੋ ਜਾਏਗਾ। ਉਹਨੇ ਜਾਂਦੇ ਹੀ ਜੱਫੀ ਪਾਈ ਸ਼ੀਕੂ ਨੂੰ। ਸ਼ੀਕੂ ਹੈਰਾਨ ਤੇ ਪਰੇਸ਼ਾਨ, ਐਡੀ ਵੱਡੀ ਗੱਡੀ ਤੇ ਐਡਾ ਵੱਡਾ ਬੰਦਾ ਤੇ ਮੈਨੂੰ ਜੱਫੀ ਕਾਹਤੋਂ ਪਾ ਰਿਹਾ। ਉਹਨੂੰ ਕੀ ਪਤਾ ਕਿ ਫੈਸਲ ਆ। ਸ਼ੀਕੂ ਨੂੰ ਕੋਈ ਨਹੀਂ ਪਤਾ ਕਿ ਫੈਸਲ ਹੈਗਾ। ਅੱਛਾ, ਤੇ ਫੈਸਲ ਕਹਿੰਦਾ ਸ਼ੀਕੂ ਨੂੰ, ਪਛਾਣਿਆ ਹੀ ਹੋ? ਕਹਿੰਦਾ ਨਹੀਂ ਜੀ, ਮੈਂ ਤਾਂ ਤੁਹਾਨੂੰ ਬਿਲਕੁਲ ਨਹੀਂ ਪਛਾਣਿਆ, ਕੌਣ ਆ ਤੁਸੀਂ? ਹੁਣ ਦੇਖੋ ਜੀ,